कृपा निधान जगत गुरु। ये संसार ताप हरण करना मैं सब दुख हरू। ये शरण जोग दयाल दीनानाथ मया करो। शरीर स्वस्थ क्षीण समय सिमरंत नानक। राम दामोदर माधव तेरे कवन कवन गुण कह गावा। तू साहिब गुणी निधाना। तुमरी महिमा बरन ना साको। तू ठाकर ऊच भगवाना। तुमरी महिमा बरन ना साको। तू ठाकर ऊच भगवाना। धन धन शहीदां दे सरताज साहिब श्री गुरु तेग बहादुर महाराज जी दे शहीदी अस्थान गुरुद्वारा सीसगंज साहिब विखे जुगो जुग अटल नाम के बोहित तुर की बाणी आई तिन सगली चिंत मटाई। साहिब श्री गुरु ग्रंथ साहिब महाराज जियां दी पावन हजूरी अंदर जुड़ बैठी गुरु प्यारी साध संगत जीओ फतेह प्रवान करना। वाहिगुरु जी का खालसा वाहिगुरु जी की फतेह। आप परम वडभागी हो जो निता प्रति गुरु घर आके शब्द कीर्तन कथा विचारा श्रवण करके अपना अमोलक जन्म सफल कर रहे हो। सो जो अज दा लड़ीवार जो शब्द है जिसका मूल पाठ आप जी ने भाई साहब जी पासों श्रवण किया है। ये पावन शब्द धन धन साहिब श्री गुरु नानक देव महाराज जी का उचारण किया होया राग गौड़ी राग आसा दे विच श्री गुरु ग्रंथ साहिब जी के पावन अंग 417 पर सुभायमान है। राग आसा रागां दे समय मुताबक रात के चौथे पहर यानी अमृत वेले गायन किया जाता है। सो ये शब्द गुरु नानक साहब जी ने बाबर की प्रथाए बाबर जदों हिंदुस्तान विच आया तो उन्हें जो लोकां ते बहुत भयानक जुल्म कीते उन्हां बारे सतगुरु नानक देव महाराज जी ने ये शब्द उचारण किया सी। ये जो बाबर की प्रथाए गुरु महाराज जी दे श्री गुरु ग्रंथ साहिब विच 4 शब्द हैं। एक शब्द है जिन सिर सोहन पट्टियां मांगी पाए संधूर सो सिर काती मुन्नियन गल विच आवे धूड़। और दूसरा शब्द है कहा सो खेल तबेला घोड़े
कहा भेरी शहनाई, कहा सो तेग बंद गा डेरड़, कहा सो लाल कवाई। और तीसरा शब्द है खुरासान खसमाना किया, हिंदुस्तान डराया, आपै दोष न दे करता जम कर मुगल चढ़ाया। चौथा शब्द है जैसी मैं आवे खसम की बाणी, तैसड़ा करी ज्ञान वे लालो, पाप की जांच लै काबलों धाया, जोरी मंगै दान वे लालो। तो ये चारे शब्द गुरु नानक साहब जी ने, वो बाबर ने जो इत्थे बहुत अत्याचार कीता सी, ਉਹਦੀ ਪ੍ਰਥਾਏ ਉਚਾਰੇ ਸਨ। ਬਾਬਰ ਇੱਕ ਮੁਗਲ ਸੀ ਜੋ ਮੰਗੋਲੀਆ ਦੇਸ਼ ਤੋਂ ਇਹ ਮੁਗਲ ਆਏ ਸਨ। ਚੰਗੇਜ਼ ਖਾਨ ਜੋ ਮੰਗੋਲੀਆ ਦਾ ਇੱਕ ਬੜਾ ਖੂੰਖਾਰ ਬਾਦਸ਼ਾਹ ਹੋਇਆ ਹੈ, ਕਹਿੰਦੇ ਹਨ ਕਿ ਇਹਨੇ ਕੋਈ 4-5 ਕਰੋੜ ਦੇ ਕਰੀਬ ਜੋ ਇਹਨੇ ਦੁਨੀਆ ਦੇ ਉੱਤੇ ਆਪਣੇ ਦੇਸ਼ ਦੇ ਜੋ ਲਾਗੇ ਲਾਗੇ ਆਪਣਾ ਹੱਕ ਜਮਾਉਣ ਵਾਸਤੇ ਨੇ 4-5 ਕਰੋੜ ਵਿਅਕਤੀ ਕਤਲ ਕਰ ਦਿੱਤੇ ਸਨ। ਬਹੁਤ ਹੀ ਖੂੰਖਾਰ ਸੀ। ਸੋ ਇਹ ਜੋ ਬਾਬਰ ਹੈ ਇਹ ਵੀ ਉਸੇ ਖਾਨਦਾਨ ਦਾ ਹੈ ਜਿਸਨੇ ਬੜੀ ਭਾਰੀ ਫੌਜ ਲੈ ਕੇ ਜੋ ਏਮਨਾਬਾਦ, ਜਿਸ ਦਾ ਪਹਿਲਾ ਨਾਮ ਸੈਦਪੁਰ ਕਰਕੇ ਆਉਂਦਾ ਹੈ, ਪਾਕਿਸਤਾਨ ਦੇ ਵਿੱਚ ਸਥਿਤ ਹੈ, ਜਿੱਥੇ ਗੁਰਦੁਆਰਾ ਰੋੜੀ ਸਾਹਿਬ ਹੈ। ਭਾਈ ਲਾਲੋ ਵੀ ਉੱਥੇ ਰਹਿੰਦੇ ਸਨ ਔਰ ਮਲਕ ਭਾਗੋ ਵੀ ਉਸੇ ਸ਼ਹਿਰ ਦਾ ਵਸਨੀਕ ਸੀ। ਤੋ ਗੁਰੂ ਸਾਹਿਬ ਜੀ ਭਾਈ ਲਾਲੋ ਦੇ ਨਾਲ ਜੋ ਵਿਚਾਰਾਂ ਕਰਦੇ ਹਨ, ਉਹਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਹਿੰਦੇ ਹਨ ਕਿ ਇਹ ਭਾਈ ਲਾਲੋ, ਮੈਨੂੰ ਜਿਸ ਤਰ੍ਹਾਂ ਪਰਮਾਤਮਾ ਵੱਲੋਂ ਹੁਕਮ ਹੋਇਆ ਹੈ, ਜਿਸ ਤਰ੍ਹਾਂ ਮੇਰੇ ਕੋ ਉਸਨੇ ਬੁਲਾਇਆ ਹੈ, ਮੈਂ ਉਸੇ ਤਰ੍ਹਾਂ ਹੀ ਤੈਨੂੰ ਉਸ ਟਾਈਮ ਦੀ ਵਾਕਫੀਅਤ ਦਿੰਦਾ ਹਾਂ ਕਿ ਬਾਬਰ ਕਿਸ ਤਰ੍ਹਾਂ ਆਇਆ ਔਰ ਇਹਨੇ ਕਿੰਨਾ ਅਤਿਆਚਾਰ ਕੀਤਾ, ਕਿੰਨੀ ਦੁਨੀਆ ਨੂੰ ਇਹਨੇ ਮੌਤ ਦੇ ਘਾਟ ਉਤਾਰ ਦਿੱਤਾ। ਕਹਿੰਦੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਹਿੰਦੇ ਇਹ ਭਾਈ ਲਾਲੋ, ਜੋ ਮੈਨੂੰ ਪਰਮਾਤਮਾ ਵੱਲੋਂ ਬਖਸ਼ਿਸ਼ ਹੋਇਆ ਹੈ, ਮੈਂ ਤੈਨੂੰ ਉਹਦੀ ਵਾਕਫੀਅਤ ਦਿੰਦਾ ਹਾਂ ਕਿ ਇਹ ਇੱਕ ਮਾਨੋ ਕਿ ਇੱਕ ਪਾਪ ਦੀ ਜੰਜ ਲੈ ਕੇ ਆਇਆ ਸੀ, ਆਪਣੀ ਫੌਜ ਰੂਪੀ ਜੰਜ ਇਕੱਠੀ ਕਰਕੇ ਲੈ ਕੇ ਆਇਆ ਸੀ ਔਰ ਹਿੰਦੁਸਤਾਨ ਦੀ ਜੋ ਕੰਨਿਆ, ਹਿੰਦੁਸਤਾਨ ਰੂਪੀ ਜੋ ਕੰਨਿਆ ਹੈ, ਉਹ ਦਾਨ ਵਿੱਚ ਮੰਗਦਾ ਹੈ। ਇਹ ਚਾਹੁੰਦਾ ਹੈ ਕਿ ਮੈਂ ਹਿੰਦੁਸਤਾਨ 'ਤੇ ਕਾਬਜ ਹੋ ਜਾ, ਹਿੰਦੁਸਤਾਨ ਦੇ ਵਿੱਚ ਮੇਰਾ ਰਾਜ ਚੱਲੇ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਹਿੰਦੇ ਹਨ ਕਿ ਜ਼ੋਰ ਦੇ ਨਾਲ ਹਿੰਦੁਸਤਾਨ ਦੀ ਹਕੂਮਤ ਰੂਪੀ ਕੰਨਿਆ ਮੰਗਦਾ ਹੈ। ਕਹਿੰਦੇ ਸ਼ਰਮ ਧਰਮ ਦੋਏ ਛਾਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਕਹਿੰਦੇ ਹਨ ਕਿ ਸੈਦਪੁਰ ਦੇ ਵਿੱਚ ਜੋ ਪਠਾਨ ਸਨ, ਐਮਨਾਬਾਦ ਦੇ ਵਿੱਚ, ਕਹਿੰਦੇ ਬਹੁਤ ਹੰਕਾਰੀ ਹੋ ਗਏ ਸਨ। ਉਹ ਆਪ ਤੋਂ ਗਰੀਬ ਜੋ ਪ੍ਰਜਾ ਸੀ ਉੱਤੇ ਬੜਾ ਜ਼ੁਲਮ ਕਰਦੇ ਸਨ। ਉੱਥੋਂ ਦੇ ਰਾਜਕੁਮਾਰ, ਉੱਥੋਂ ਦੇ ਹਾਕਮ ਸਨ ਜੋ, ਉਹ ਗਰੀਬਾਂ ਦੇ ਜ਼ੁਲਮ ਬਹੁਤ ਢਾਉਂਦੇ ਸਨ ਔਰ ਆਪ ਆਪਣਾ ਜੀਵਨ ਐਸ਼ ਪ੍ਰਸਤੀ ਦੇ ਵਿੱਚ ਜੀਵਨ ਬਤੀਤ ਕਰਦੇ ਸਨ।
ਕਹਿੰਦੇ ਹਨ ਕਿ ਇਸੇ ਕਰਕੇ ਹੀ ਪ੍ਰਮਾਤਮਾ ਨੇ ਉਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਜਮ ਰੂਪੀ ਬਾਬਰ ਨੂੰ ਭੇਜਿਆ ਹੈ। ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਹਿੰਦੇ ਹਨ ਕਿ ਪਾਪ ਦੀ ਜੰਝ ਇਕੱਠੀ ਕਰਕੇ, ਆਪਣੀ ਫੌਜ ਇਕੱਠੀ ਕਰਕੇ ਤੇ ਹਿੰਦੁਸਤਾਨ ਦੀ ਹਕੂਮਤ ਹਥਿਆਉਣਾ ਚਾਹੁੰਦਾ ਹੈ। ਕਹਿੰਦੇ ਸ਼ਰਮ ਧਰਮ ਦੋਇ ਛਾਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਕਹਿੰਦੇ ਹਨ ਕਿ ਸੈਦਪੁਰ ਦੇ ਵਿੱਚ, ਐਮਨਾਬਾਦ ਦੇ ਵਿੱਚ ਜੋ ਸ਼ਰਮ ਹਿਆ ਹੈ, ਇਹ ਸਾਰੀ ਛਪਗੀ ਪਾਪ ਕਿਤੇ ਨਹੀਂ ਦਿਖਾਈ ਦਿੰਦੀ ਤੇ ਕੂੜ ਦਾ ਹੀ ਪਸਾਰਾ ਹੋ ਗਿਆ ਸੀ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜਿਆ ਸ਼ੈਤਾਨ ਵੇ ਲਾਲੋ। ਕਹਿੰਦੇ ਹਨ ਕਿ ਹੁਣ ਇੱਥੇ ਜੋ ਕਾਜੀ ਸਨ, ਜੋ ਮੁਸਲਮਾਨ ਰੀਤੀ ਅਨੁਸਾਰ ਉਹਨਾਂ ਦਾ ਨਿਕਾਹ, ਜੋ ਮੁਸਲਮਾਨ ਦੇ ਲੜਕੇ, ਉਹਨਾਂ ਦੇ ਮੁਗਲਾਂ ਦੇ ਲੜਕੇ ਸਨ, ਪਠਾਣਾਂ ਦੇ, ਉਹਨਾਂ ਦਾ ਵਿਆਹ ਜੋ ਹੈ ਨਿਕਾਹ ਕਰਦੇ ਸਨ। ਔਰ ਜੋ ਪੰਡਿਤ ਸਨ, ਬ੍ਰਾਹਮਣ ਸਨ, ਉਹ ਆਪਣੇ ਰਿਵਾਜ ਅਨੁਸਾਰ ਜੋ ਵੇਦੀ ਦੇ ਨਾਲ ਫੇਰੇ ਕਰਦੇ ਸਨ। ਕਹਿੰਦੇ ਹਨ ਕਿ ਉਹ ਸਭ ਹੁਣ ਖਤਮ ਹੋ ਗਿਆ ਹੈ। ਹੁਣ ਤੇ ਸ਼ਰਮ ਧਰਮ ਤੋਂ ਛਾਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਹੁਣ ਤੇ ਉਹ ਨਿਕਾਹ ਜਿਹੜਾ ਹੈ, ਉਹਨਾਂ ਦੇ ਫੇਰੇ ਹਨ, ਉਹ ਤੇ ਸ਼ੈਤਾਨ ਕਰ ਰਿਹਾ ਹੈ। ਆਹ ਬਾਬਰ ਦੀ ਫੌਜ ਆ ਕੇ ਜੋ ਉਹਨਾਂ 'ਤੇ ਭਿਆਨਕ ਤਸ਼ੱਦਦ ਢਾ ਰਹੀ ਹੈ ਔਰ ਉਹਨਾਂ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋ ਰਹੀ ਹੈ। ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਕਹਿੰਦੇ ਨੇ ਮੁਸਲਮਾਨੀਆਂ ਪੜ੍ਹੇ ਕਤੇਬਾ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾਲੋ। ਕਹਿੰਦੇ ਹਨ ਕਿ ਉਹਦੇ ਡਰ ਤੋਂ ਜਦੋਂ ਬਾਬਰ ਦਾ ਆਉਣਾ ਸੁਣਿਆ ਤਾਂ ਮੁਸਲਮਾਨਾਂ ਦੀਆਂ ਜੋ ਇਹ ਧਰਮ ਦੀਆਂ ਇਸਤਰੀਆਂ ਸਨ, ਉਹ ਕਤੇਬਾਂ ਆਪਣੇ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ, ਹਦੀਸ, ਇਹ ਕਤੇਬਾਂ ਪੜ੍ਹ ਰਹੀਆਂ ਹਨ ਕਿ ਅੱਲਾ ਸਾਨੂੰ ਕਿਸੇ ਤਰ੍ਹਾਂ ਉਸ ਤੋਂ ਬਚਾ ਲਵੇ। ਅਗਦ ਪੜੇ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜ੍ਹੇ ਕਤੇਬਾ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਅਤੇ ਇਸ ਮਹਾਨ ਕਸ਼ਟ ਦੇ ਵਿੱਚ ਖੁਦਾ ਦਾ ਨਾਮ ਜਪਦੀਆਂ ਹਨ। ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾਲੋ। ਕਹਿੰਦੇ ਉੱਥੇ ਜੋ ਹੋਰ ਨੀਵੀਆਂ ਜਾਤਾਂ ਦੇ ਲੋਕ ਰਹਿੰਦੇ ਸਨ, ਕਹਿੰਦੇ ਹਨ ਉਹ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਹੋ ਗਏ। ਭਾਵ ਉਹਨਾਂ 'ਤੇ ਵੀ ਬੜਾ ਅਤਿਆਚਾਰ ਹੋਇਆ ਹੈ। ਅਗਦ ਪੜੇ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜ੍ਹੇ ਕਤੇਬਾ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾਲੋ। ਫੂਨ ਕੇ ਸੋਇਲੇ ਗਾਵੀਐ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਕਹਿੰਦੇ ਹਨ ਕਿ ਉਹ ਜੋ ਇਹੋ ਜਿਹਾ ਵਿਆਹ ਜੋ ਬਾਬਰ ਦੀ ਫੌਜ ਨੇ ਇੱਕ ਉੱਥੇ ਰਚਿਆ, ਜਿਹਦੇ ਵਿੱਚ ਖੂਨ ਹੀ ਖੂਨ ਸੀ। ਖੂਨ ਦੇ ਜੋ ਸੋਹਿਲੇ ਗੀਤ ਪੜ੍ਹੇ ਜਾਂਦੇ ਸਨ, ਜਿਸ ਤਰ੍ਹਾਂ ਵਿਆਹਾਂ ਦੇ ਵਿੱਚ ਖੁਸ਼ੀ ਦੇ ਗੀਤ ਗਾਏ ਜਾਂਦੇ ਸਨ, ਤਾਂ ਉੱਥੇ ਵੀ ਉਹਨਾਂ ਨੇ ਇੱਕ ਬਹੁਤ ਮਾਤਮ ਛਾ ਗਿਆ ਔਰ ਇਹੋ ਜਿਹੇ ਸੋਹਿਲੇ ਗਾਏ ਹਨ। ਰਤ ਕਾ ਕੁੰਗੂ ਪਾਏ ਵੇ ਲਾਲੋ। ਕਹਿੰਦੇ ਹਨ ਜਿੱਦਾਂ ਵਿਆਹ ਦੇ ਵਿੱਚ ਲਾੜੇ ਨੂੰ ਕੇਸਰ ਲਾਉਂਦੇ ਹਨ, ਉੱਥੇ ਤੇ ਖੂਨ ਦੇ ਕੇਸਰ ਲੱਗ ਰਹੇ ਹਨ। ਮਾਸ ਮਹਾਰਾਜ ਕਹਿੰਦੇ ਹਨ, ਰਤ ਕਾ ਕੁੰਗੂ ਪਾਏ ਵੇ ਲਾਲੋ, ਸਾਹਿਬ ਕੇ ਗੁਣ ਨਾਨਕ ਗਾਵੇ। ਮਾਸ ਪੁਰੀ ਵਿੱਚ ਆਖ ਮਸੋਲਾ, ਜਿਨ ਪਾਈ ਰੰਗ ਰਵਾਈ, ਬੈਠਾ ਵੇਖੈ ਵੱਖ ਅਕੇਲਾ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੈਂ ਪਰਮਾਤਮਾ ਦਾ ਜੋ ਹੈ, ਪਰਮਾਤਮਾ ਦੀ ਇਬਾਦਤ ਕਰ ਰਿਹਾ ਹਾਂ, ਉਹਦੀ ਬੰਦਗੀ ਕਰ ਰਿਹਾ ਹਾਂ। ਕਿੱਥੇ
ਜਿੱਥੇ ਇੱਕ ਲਾਸ਼ਾਂ ਦੇ ਢੇਰ ਲੱਗੇ ਹਨ, ਚਾਰ ਚੁਫੇਰੇ ਮਾਸ ਹੀ ਮਾਸ ਦਿਖਾਈ ਦਿੰਦਾ ਹੈ। ਬਹੁਤ ਕਤਲੇਆਮ ਕੀਤੀ ਹੈ ਬਾਬਰ ਨੇ ਉਹ ਸੈਦਪੁਰ ਐਮਨਾਬਾਦ ਦੇ ਵਿੱਚ। ਕਹਿੰਦੇ ਹਨ ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ। ਕਹਿੰਦੇ ਹਨ ਕਿ ਜਿਨੇ ਇਹ ਕਈ ਰੰਗਾਂ ਦੀ ਸ੍ਰਿਸ਼ਟੀ, ਕਈ ਰੰਗਾਂ ਦੇ ਵਿੱਚ ਇਹ ਦੁਨੀਆ ਨੂੰ ਜੋ ਪੈਦਾ ਕੀਤਾ ਹੈ, ਤੇ ਉਹ ਇਹ ਲੀਲਾ ਨੂੰ ਵੀ ਆਪ ਹੀ ਇੱਕ ਨਿਵੇਕਲਾ ਹੋ ਕੇ ਵੇਖ ਰਿਹਾ ਹੈ। ਕਹਿੰਦੇ ਹਨ ਸੱਚਾ ਸੋ ਸਾਹਿਬ ਸੱਚ ਤਪਾਵਸ, ਉਹ ਪਰਮਾਤਮਾ ਇੱਕ ਸੱਚ ਹੈ, ਸਦਾ ਰਹਿਣ ਵਾਲਾ ਹੈ। ਸੱਚ ਤਪਾਵਸ, ਉਹਦਾ ਨਿਆਂ ਵੀ ਸੱਚਾ ਹੈ, ਜੋ ਨਿਆਂ ਕਰਦਾ ਹੈ ਉਹ ਬਿਲਕੁਲ ਸੱਚ ਹੈ। ਸੱਚੜਾ ਨਿਆਂ ਕਰੇ ਗੋ ਮਸੋਲਾ। ਕਹਿੰਦੇ ਹਨ ਕਿ ਇਹ ਵੀ ਉਹਨੇ ਜੋ ਪਰਮਾਤਮਾ ਨੇ ਇੱਕ ਇਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਹੀ ਖੇਡ ਰਚੀ ਸੀ। ਸੱਚੜਾ ਨਿਆਂ ਕਰੇ ਗੋ ਮਸੋਲਾ, ਕਿ ਇਹ ਅਸਲੇ ਦੀ ਗੱਲ ਹੈ, ਇਹ ਉਹ ਸੱਚਾ ਹੀ ਨਿਆਂ ਕਰਦਾ ਹੈ। ਜੋ ਵੀ ਪਰਮਾਤਮਾ ਕਰ ਰਿਹਾ ਹੈ ਉਹ ਆਪਣੀ ਰਜ਼ਾ ਦੇ ਅਨੁਸਾਰ ਠੀਕ ਕਰਦਾ ਹੈ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਕਹਿੰਦੇ ਹਨ ਕਿ ਬਾਬਰ ਨੇ ਜੋ ਇਹ ਦੁਨੀਆ ਨੂੰ, ਬਾਬਰ ਨੇ ਐਮਨਾਬਾਦ ਦੇ ਵਿੱਚ, ਸੈਦਪੁਰ ਦੇ ਵਿੱਚ ਜੋ ਹੈ ਲੋਕਾਂ ਨੂੰ ਕਾਇਆ ਕੱਪੜ ਟੁਕ ਟੁਕ ਹੋਸੀ, ਇਹ ਕਾਇਆ ਰੂਪੀ ਕੱਪੜਾ ਭਾਵ ਸਰੀਰ ਜਿਹੜੇ ਕਾਇਆ ਹਨ ਉਹ ਟੋਟੇ ਟੋਟੇ ਕਰ ਦਿੱਤੇ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਕਹਿੰਦੇ ਹਨ ਕਿ ਇਸ ਗੱਲ ਨੂੰ ਹਿੰਦੁਸਤਾਨ ਦੇ ਲੋਕ ਸਦਾ ਵਾਸਤੇ ਯਾਦ ਰੱਖਣਗੇ। ਫਿਰ ਸਤਿਗੁਰੂ ਜੀ ਅੱਗੇ ਕਹਿੰਦੇ ਹਨ ਆਮਨ 78 ਹੈ ਜਾਨ 97, ਹੋਰ ਪੀ ਉੱਠਸੀ ਮਰਦ ਕਾ ਚੇਲਾ। ਤੋ ਇਸ ਦੇ ਅਰਥ ਟੀਕਾਕਾਰਾਂ ਨੇ ਵੱਖ-ਵੱਖ ਕੀਤੇ ਹਨ। ਕਿਸੇ ਨੇ ਇਸ ਨੂੰ ਸ਼ੇਰ ਸ਼ਾਹ ਸੂਰੀ ਦੇ ਨਾਲ ਵੀ ਜੋੜਿਆ ਹੈ ਕਿ ਉਹ 1540 ਵਿੱਚ ਆਏਗਾ। 1597 ਵਿੱਚ ਉਹ ਜੋ ਹਮਾਯੂੰ ਨੂੰ ਇੱਥੋਂ ਭਜਾ ਦੇਵੇਗਾ, ਭਾਵ ਆਪਣਾ ਰਾਜ ਕਾਇਮ ਕਰ ਲਵੇਗਾ ਸ਼ੇਰ ਸ਼ਾਹ ਸੂਰੀ। ਤੋ ਜੋ ਮੁਗਲਾਂ ਦਾ ਆਉਣਾ ਉਹ 1540 ਈਸਵੀ ਦੇ ਵਿੱਚ ਹੈ। ਪਰ ਸੰਤ ਬ੍ਰਹਮ ਗਿਆਨੀ ਜੋ ਉਹਨਾਂ ਨੇ ਜੋ ਆਪਣੇ ਟਕਸਾਲ ਦੇ ਵਿੱਚ ਦਮਦਮੀ ਟਕਸਾਲ, ਸੰਤ ਗਿਆਨੀ ਗੁਰਬਚਨ ਸਿੰਘ ਹੋਣਾ ਜੀ ਨੇ ਇਹਦੇ ਅਰਥ ਕੀਤੇ ਸਨ। ਕਹਿੰਦੇ ਆਮਨ 78 ਹੈ ਜਾਨ 97, ਕਿ ਮੁਗਲਾਂ ਦਾ ਜੋ ਹਿੰਦੁਸਤਾਨ ਦੇ ਵਿੱਚ ਆਉਣਾ 4 ਬਿਕਰਮੀ 1578 ਬਿਕਰਮੀ ਨੂੰ ਹੋਵੇਗਾ, ਆਉਣਾ ਹੋਵੇਗਾ। ਤੋ ਫਿਰ ਜਾਣਾ ਕਦੋਂ ਹੋਵੇਗਾ? ਕਹਿੰਦੇ ਹਨ ਕਿ ਇਹਨਾਂ ਦਾ ਜਾਣਾ 1797 ਬਿਕਰਮੀ ਨੂੰ ਹੋਵੇਗਾ। ਮੁਗਲਾਂ ਦਾ ਰਾਜ ਖਤਮ ਹੋ ਜਾਏਗਾ ਹਿੰਦੁਸਤਾਨ ਤੋਂ 1797 ਬਿਕਰਮੀ ਨੂੰ। ਕਹਿੰਦੇ ਹੋਰ ਪੀ ਉੱਠ ਸੀ ਮਰਦ ਕਾ ਚੇਲਾ, ਜਿਹਦੇ ਬਾਰੇ ਭਾਈ ਗੁਰਦਾਸ ਦੂਜੇ ਲਿਖਦੇ ਹਨ ਕਿ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਕਹਿੰਦੇ ਹਨ ਕਿ ਉਹ ਇੱਕ ਅਗੰਮੜਾ ਮਰਦ ਉੱਠੇਗਾ ਜੋ ਇਹਨਾਂ ਦੇ ਰਾਜ ਨੂੰ ਖਤਮ ਕਰ ਦੇਵੇਗਾ। ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਗੇ ਉਹਨਾਂ ਦਾ ਚੇਲਾ ਖਾਲਸਾ ਹੋਵੇਗਾ, ਜਿਹੜਾ ਇਹਨਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਵੇਗਾ। ਇਹ ਗੱਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਰਾਏ ਕੱਲੇ ਦੇ ਕੋਲ ਰਹਿਣ ਦੇ ਸਮੇਂ ਜਦੋਂ ਮਾਹੀ ਹਲਕਾਰੇ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਆ ਕੇ ਇਹ ਬੜੀ ਦਰਦਨਾਕ ਜੋ ਕਹਾਣੀ ਗੁਰੂ ਮਹਾਰਾਜ ਜੀ ਨੂੰ ਸੁਣਾਈ ਸੀ ਕਿ ਸਾਹਿਬਜ਼ਾਦਿਆਂ ਦੇ ਉੱਤੇ ਅਸਹਿ ਅਤੇ ਅਕਹਿ ਕਸ਼ਟ ਜੋ ਢਾਹ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਤੋ ਕਹਿੰਦੇ ਹਨ ਕਿ ਗੁਰੂ ਮਹਾਰਾਜ ਸੁਣੀ ਜਾਂਦੇ ਸਨ ਔਰ ਨਾਲ ਨਾਲ ਤੀਰ ਦੀ ਨੋਕ ਦੇ ਨਾਲ ਇੱਕ ਕਾਈ ਦੇ ਬੂਟੇ ਨੂੰ ਜੜ੍ਹ ਤੋਂ
ਉਹ ਖੇਡ ਰਹੇ ਹਨ। ਰਾਏ ਇਕੱਲੇ ਨੇ ਪੁੱਛਿਆ ਕਿ ਮਹਾਰਾਜ ਇਹ ਕੀ ਕੌਤਕ ਹੈ? ਮਹਾਰਾਜ ਕਹਿੰਦੇ ਕਿ ਇਹ ਕੌਤਕ ਇਹ ਹੈ ਕਿ ਹੁਣ ਮੁਗਲ ਰਾਜ ਦੀ ਜੜ ਪੁੱਟੀ ਜਾਵੇਗੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਭ ਜਾਣਦੇ ਹੋਵੋਗੇ ਕਿ ਇਹ ਜੋ ਇਸਲਾਮ ਧਰਮ ਹੈ, ਇਹਦੀਆਂ ਚਾਰ ਵੱਡੀਆਂ, ਇਹਦੀਆਂ ਜੋ ਚਾਰ ਜਾਤਾਂ ਹਨ, ਚਾਰ ਇਹਦੇ ਫਿਰਕੇ, ਜੋ ਖਾਨ ਔਰ ਸੈਯਦ, ਮੁਗਲ ਤੇ ਪਠਾਨ, ਇਹ ਚਾਰ ਜਾਤਾਂ ਹਨ ਇਹਨਾਂ ਦੀਆਂ। ਇਹ ਜਿਹੜੇ ਮੁਗਲ ਹਨ ਇਹ ਮੰਗੋਲੀਆ ਦੇਸ਼ ਤੋਂ ਆਏ ਹਨ। तो महाराज ने होरना दियां जड़ां नहीं, उन्होंने मुगलों की जड़ पुट्टी सी कि मुगलों का राज खत्म एक हो जाएगा, इन्हां दी जड़ पुट्टी गई है, ये हिंदुस्तान दे विच नहीं रहणगे। तो वाकई कोई मुगल हुण हिंदुस्तान दे विच नहीं रहिंदे, उन्हां दी कोई हुकूमत नहीं रही। गुरु महाराज एक मर्द अगमड़े के रूप में उठे तो उन्होंने इन्हां दी जड़ पुट दी। तो उन्हां तो पिछों उन्हां दा जो चेला खालसा होर पी उठ सी, मर्द का चेला, मर्द अगमड़ा तो वह चेला खालसा जो होंद विच आया है, उन्होंने इन्हां दे राज नूं खत्म कर दिता। आमन 78 जान 97 होर पी उठ सी, मर्द का चेला, सच की बाणी नानक आखै, सच सुनाई सी सच की बेला। कहते हैं कि गुरु महाराज कहते हैं कि इत्थे मैं परमात्मा की गल कर रहा हाँ, वो सच्चे परमात्मा की, क्योंकि ये उन्हां दी गल करन दा ही है इस टाइम ते, ये उन्हां वेड़ा है। कहते हैं कि बाबर मंगोलिया तो काबल हुंदा होया हिंदुस्तान दे विच आया सी। गुरु महाराज जी फरमान करते हैं, खुरासान कसमाना किया हिंदुस्तान डराया, आपै दोष ना दे करता जम कर मुगल चढ़ाया। कहते हैं पहला उन्हें खुरासान के उत्ते कब्जा किया। खुरासान का इलाका जो काबल तो अफगानिस्तान तो ईरान के नाल उहदी हद लगती है, ईरान के नाल लगदा इलाका है जिन्हों खुरासान कहते हैं। पहला खुरासान दे विच उन्हें अपना कब्जा कर लिया, फिर काबल दे विच, और फिर हिंदुस्तान नूं धमकी दी है कि मैं आ रहा हाँ, तैयार हो जो। तो फिर वो हिंदुस्तान दे विच इधर पेशावर और रावलपिंडी हुंदा होया जो ये एमनाबाद आया सी। खुरासान खसमाना किया हिंदुस्तान डराया, आपै दोष ना दे करता जम कर मुगल चढ़ाया। तो गुरु साहब कहते हैं कि परमात्मा ने अपने उत्ते दे कोई दोष नहीं लिया, ये इन्ने हंकारी ते इन्ने अत्याचारी पठाणा नूं दंड देण वास्ते बाबर नूं ही एक जम के रूप दे विच इन्हां उत्ते चढ़ाया है। कहते हैं इन्ना अत्याचार उन्हें किया कि इन्ना अत्याचार किया कि मारे कहते इत्ती मार पई करलाने तैं की दर्द ना आया। हे परमात्मा इन्ना अत्याचार किया है, चार छफेरे जो है वो लाशां दे ढेर पे हैं, मास ही मास है। कहते तेनू तरस ना आया। तो साध संगत जीओ जो रब दे प्यारे हुंदे हन, कई बार रब नूं भी ताना मार दिंदे हन। जिस तरह भगत सदने ने आख्या सी, तब गुण कहाँ जगत गुरा जो कर्म ना नासै, सिंह शरण कत जाइए जो जंबक ग्रासै। कहते हैं तू जगत का गुरु काहदा है जे तू साडे कर्मां का नाश नहीं कर सकता, क्योंकि सब कुछ तो कर्मानुसार हो रहा है। जो कर्म कीते हन, जो भी कर्म पिछले जन्मां जन्मांतरां दे कीते कर्म हन, उन्हां दा फल तो भुगतना ही पवेगा। पर गुरु घर आउण दे नाल, गुरु घर आके परमात्मा की इबादत दे विच जुड़ जाना, तो फिर परमात्मा उन्हां कर्मां दा नाश बड़े सौखे तरीके दे नाल कर दिंदा है। कहंदे हन सुपने दे विच ही, सुपने दे विच ही कई जन्म बतीत हो जाते हैं, कई वड्डे करोड़ां पापां दा जो नाश है सुपने दे विच ही कर दिंदा है।
ਕਹਿੰਦੇ ਜਿਸ ਤਰ੍ਹਾਂ ਇੱਕ ਮੋਰ ਵੇਖੋ, ਮੋਰ ਉਹਦੇ ਅਕਸ਼ਰ ਵੇਖਣ ਨੂੰ ਪੁੱਠੇ ਲੱਗਦੇ ਹਨ, ਪਰ ਜਦੋਂ ਉਹ ਕਾਗਜ਼ 'ਤੇ ਲਗਾਈ ਦੀ ਹੈ ਤਾਂ ਉਹ ਸਿੱਧੇ ਹੋ ਜਾਂਦੇ ਹਨ। ਗੁਰੂ ਘਰ ਆ ਕੇ ਮੱਥਾ ਟੇਕਣ ਦੇ ਨਾਲ ਬੜੇ ਬੜੇ ਬੱਜਰ ਪਾਪ, ਪਰ ਕਹਿੰਦੇ ਸਿਮਰਤ ਇੱਕ ਵਾਰ ਹਰ ਹਰ ਮਿਰ ਕੋਟ ਕਸਮਲ ਜਾਨ। ਇੰਦਰ ਅਧਿਕ ਸਕੇਲੀ ਹੈ ਭਾਈ, ਪਾਪ ਕਰਨ ਚ ਕਪਾਏ, ਖਿੰਨ ਪਲ ਨਾਮ ਹਿਰਦੇ ਵਸੇ ਭਾਈ, ਨਾਨਕ ਮਿਲਣ ਸੁਭਾਏ। ਕਹਿੰਦੇ ਹਨ ਕਿ ਬਹੁਤ ਜ਼ਿਆਦਾ ਲੱਕੜਾਂ ਇਕੱਠੀਆਂ ਕਰ ਲਵੋ, ਲੱਕੜਾਂ ਦੇ ਢੇਰ ਲੱਗ ਜਾਣ, ਪਰ ਉਹਨਾਂ ਨੂੰ ਭਸਮ ਕਰਨ ਵਾਸਤੇ ਅੱਗ ਦੀ ਇੱਕ ਚੰਗਿਆੜੀ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਹੀ ਜੋ ਬਹੁਤ ਮਹਾਨ ਵੱਡੇ ਵੱਡੇ ਪਾਪ ਪਿਛਲੇ ਜਨਮਾਂਤਰਾਂ ਦੇ ਕੀਤੇ, ਜੋ ਬੱਜਰ ਪਾਪ ਹਨ, ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਦਾ ਨਾਮ ਜਪਣ ਕਰਕੇ ਉਹ ਖਤਮ ਹੋ ਜਾਂਦੇ ਹਨ। ਸੋ ਇਹ ਬਾਬਰ ਦੇ ਬਾਰੇ ਮਹਾਰਾਜ ਜੀ ਕਥਨ ਕਰ ਰਹੇ ਹਨ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇ ਕਰਤਾ ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਆਂਦੇ ਹਨ ਤੈਨੂੰ ਕੋਈ ਤਰਸ ਨਾ ਆਇਆ, हे परमात्मा ਤੁਹਾਨੂੰ ਕੋਈ ਤਰਸ ਹੀ ਨਾ ਆਇਆ। ਇੰਨੇ ਛੋਟੇ ਛੋਟੇ ਬੱਚੇ, ਔਰਤਾਂ ਦੀ ਬੇਪਤੀ ਔਰਤਾਂ ਨੂੰ ਮਾਰ ਦਿੱਤਾ ਗਿਆ, ਔਰ ਰਾਜਕੁਮਾਰਾਂ ਨੂੰ ਕੱਟ ਕੱਟ ਕੇ ਮਿੱਟੀ ਦੇ ਵਿੱਚ ਰੋਲ ਦਿੱਤਾ ਗਿਆ। ਸਾਰੇ ਐਮਨਾਬਾਦ ਦੇ ਵਿੱਚ ਅੱਗ ਦੇ ਭਾਂਬੜ ਮੱਚ ਗਏ। ਬੜੇ ਬੜੇ ਜਿਹੜੇ ਉਹਨਾਂ ਦੇ ਪੱਕੇ ਮਕਾਨ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਏ। ਅੱਗ ਲਾ ਦਿੱਤੀ ਸਾਰੇ ਸਥਾਨਾਂ ਨੂੰ। ਕਹਿੰਦੇ ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ। ਕਹਿੰਦੇ ਹਨ ਮਹਾਰਾਜ ਤੂੰ ਸਾਰਿਆਂ ਦਾ ਹੈ, ਸਾਰਿਆਂ ਦੇ ਵਿੱਚ ਤੇਰਾ ਵਾਸ ਹੈ, ਪਰ ਇੱਕ ਗੱਲ ਕਰਨ ਵਾਲੀ ਇਹ ਹੈ ਕਿ ਜੇ ਕੋਈ ਤਕੜਾ ਆਦਮੀ ਤਕੜੇ ਦੇ ਨਾਲ ਲੜੇ, ਤਕੜੇ ਨੂੰ ਮਾਰੇ, ਤੇ ਫਿਰ ਤੇ ਮਨ ਦੇ ਵਿੱਚ ਕੋਈ ਰਾਂਝੀ ਨਹੀਂ, ਉਹ ਦੋਵੇਂ ਆਪਣੇ ਹੱਥ ਵੇਖ ਲੈਣਗੇ। ਪਰ ਜੇ ਤਕੜਾ ਸ਼ਕਤਾ ਸ਼ੀਂਹ ਮਾਰੇ ਪੈ ਵੱਗੈ, ਖਸਮੈ ਸਾ ਪੁਰਸਾਈ, ਰਤਨ ਵਿਗਾੜ ਵਗੋਏ ਕੁੱਤੀ, ਮੋਇਆ ਸਾਰ ਨਾ ਪਾਈ। ਕਹਿੰਦੇ ਹਨ ਪਰ ਜੇ ਇੱਕ ਸ਼ੇਰ ਵਰਗਾ, ਇੱਕ ਸ਼ੇਰ ਬੱਕਰੀਆਂ ਦੇ ਉੱਤੇ ਪੈ ਜੇ, ਗਊਆਂ ਨੂੰ ਪੈ ਜੇ, ਸਕਤਾ ਸ਼ੀਂਹ ਮਾਰੇ ਪੈ ਵੱਗੈ, ਵੱਗ ਕਹਿੰਦੇ ਨੇ ਗਾਈਆਂ ਦਾ ਇੱਕ ਝੁੰਡ, ਸ਼ੇਰੀ ਗਊਆਂ ਨੂੰ ਮਾਰਨ ਲੱਗ ਪਵੇ, ਕੋਈ ਬਹੁਤ ਜ਼ੋਰਾਵਰ ਆਦਮੀ ਗਰੀਬਾਂ ਦੇ ਉੱਤੇ ਅਤਿਆਚਾਰ ਕਰਨ ਲੱਗ ਪਵੇ, ਤੇ ਮਾਰੇ ਕਹਿੰਦੇ ਪੁੱਛਗਿੱਛ ਤੇ ਫਿਰ ਉਹਦੇ ਮਾਲਕ ਨੂੰ ਹੀ ਹੁੰਦੀ ਹੈ ਨਾ, ਖਸਮੇ ਸਾਹ ਪੁਰਸਾਈ। ਤੋ ਸਾਰੀ ਪੁੱਛਗਿੱਛ ਮਾਲਕ ਨੂੰ ਹੁੰਦੀ ਹੈ। ਤੇ ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਪਰਮਾਤਮਾ ਤੂੰ ਇੱਕ ਐਸੀ ਖੇਡ ਵਰਤਾਈ ਹੈ, ਰਤਨ ਵਿਗਾੜ ਵਗੋਏ ਕੁੱਤੀ, ਮੋਇਆ ਸਾਰ ਨਾ ਕਾਈ। ਕਹਿੰਦੇ ਹਨ ਕਿ ਇਹਨਾਂ ਨੇ ਬਹੁਤ ਹੀ ਅਮੋਲਕ ਰਤਨ ਵਗੋਏ ਕੁੱਤੀ, ਇਹਨਾਂ ਨੇ ਉਹਨਾਂ ਨੂੰ ਖੁਆਰ ਕਰ ਦਿੱਤਾ, ਜੋ ਇੱਕ ਬਹੁਤ ਹੀ ਆਪਣੇ ਆਪਣੇ ਘਰਾਂ ਦੇ ਵਿੱਚ ਸੁਖੀ ਵਸ ਰਹੇ ਸਨ, ਸਾਰਿਆਂ ਨੂੰ ਮਾਰ ਮੁਕਾਇਆ ਹੈ। ਤੇ ਉਹਨਾਂ ਦਾ ਸਾਰੀ ਜਾਇਦਾਦ, ਰਤਨ ਜਵਾਹਰਾਤ ਹੀਰੇ, ਜੋ ਸਾਰੇ ਉਹਨਾਂ ਨੇ ਖੋਹ ਲਏ ਹਨ। ਮੋਇਆ ਸਾਰ ਨਾ ਕਾਈ, ਹੁਣ ਤੇ ਉਹਨਾਂ ਦੀ ਕੋਈ ਮੋਇਆਂ ਦੀ ਸਾਰ ਵੀ ਨਹੀਂ ਲੈਣ ਵਾਲਾ ਨਹੀਂ ਰਹਿ ਗਿਆ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਾਬਰ ਦੀ ਪਰਥਾਏ ਸ਼ਬਦ ਸੀ। ਸੋ ਅੱਜ ਦਾ ਸ਼ਬਦ ਵੀ ਬਾਬਰ ਦੀ ਪਰਥਾਏ ਹੈ। ਅੱਜ ਦੇ ਸ਼ਬਦ ਦੇ ਤਿੰਨ ਬੰਦਾਂ ਦੀ ਵਿਚਾਰ ਕੱਲ੍ਹ ਆਪ ਜੀ ਨੇ ਸ਼ਰਵਣ ਕੀਤੀ ਸੀ। ਤੋ ਅੱਜ ਚੌਥੇ ਬੰਦ ਤੋਂ ਸ਼ੁਰੂ ਕਰਦੇ ਹਾਂ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਕੋਟੀ ਹੂੰ ਪੀਰ ਵਰਜਰ ਰਹਾਏ, ਜਾਂ ਮੀਰ ਸੁਣਿਆ ਧਾਇਆ। ਕਹਿੰਦੇ ਹਨ ਕਿ ਐਮਨਾਬਾਦ ਦੇ ਵਿੱਚ ਬੜੇ ਬੜੇ ਕਰਾਮਾਤੀ ਫਕੀਰ ਰਹਿੰਦੇ ਸਨ। ਬੜੇ ਹੀ ਕਰਾਮਾਤਾਂ ਦੇ ਨਾਲ ਉਹ ਸੰਪੰਨ ਸਨ। ਕਹਿੰਦੇ ਸਨ ਕਿ ਸਾਡੇ ਕੋਲ ਇਹੋ ਜਿਹੇ ਮੰਤਰ ਹਨ ਕਿ ਜਿਨ੍ਹਾਂ ਦਾ ਅਸੀਂ ਜਾਪ ਕਰੀਏ ਤੇ ਆਉਣ ਵਾਲੀ ਫੌਜ ਅੰਨੀ ਹੋ ਜਾਵੇ, ਉਹ ਕੁਛ ਨਹੀਂ ਵਿਗਾੜ ਸਕੇਗੀ ਤੁਹਾਡਾ। ਤੋ ਸੈਦਪੁਰ ਦੇ ਹਾਕਮ ਸੁਜਨ ਪਠਾਨ
ਉਹਨਾਂ ਨੇ ਉਹਨਾਂ ਨੂੰ ਪੀਰਾਂ ਨੂੰ ਰੋਕ ਕੇ ਰੱਖ ਲਿਆ ਕਿ ਬਾਬਰ ਆ ਰਿਹਾ ਹੈ। ਸਿਆਲਕੋਟ ਜੋ ਸ਼ਹਿਰ ਹੈ ਪਾਕਿਸਤਾਨ ਦੇ ਵਿੱਚ, ਪਹਿਲਾਂ ਬਾਬਰ ਨੇ ਉੱਥੇ ਕਬਜ਼ਾ ਕੀਤਾ, ਉੱਥੇ ਬਹੁਤ ਲੋਕਾਂ ਦੀ ਕਤਲੇਆਮ ਕੀਤੀ ਸੀ। ਔਰ ਸਿਆਲਕੋਟ ਤੋਂ ਫਿਰ ਉਹ ਇਹ ਸੈਦਪੁਰ ਵੱਲ ਵਧਿਆ ਸੀ। ਕਹਿੰਦੇ ਹਨ ਕਿ ਉਹ ਪੀਰ ਕਹਿੰਦੇ ਤੁਸੀਂ ਡਰੋ ਨਾ, ਸਾਡੇ ਇਹੋ ਜਿਹੇ ਮੰਤਰ ਹਨ ਕਿ ਜਿਨ੍ਹਾਂ ਦੇ ਨਾਲ ਅਸੀਂ ਬਾਬਰ ਦੀ ਫੌਜ ਨੂੰ ਅੰਨ੍ਹਿਆਂ ਕਰ ਦੇਵਾਂਗੇ। तो फिर उन्होंने बहुत सारे बेअंत फकीरां नूं अपने कोल रोक लिया कि तुसीं जदों फौज आवे तो उन्हां दे उत्ते ये मंत्रां दा जो है जाप करके उन्हां नूं अन्ने कर देना। गुरु महाराज कहंदे नहीं, परमात्मा जो करदा है, जो ओदी रजा दे विच हुंदा है, वो हो के ही रहिंदा है। कोटी हूँ पीर पीर वर्ज रहाए, जा मीर सुनिया धाया, थान मुकाम जले बिज मंदिर, मुश मुश कोयल रुलाया। कहते हैं फौज आ गई बाबर दी सैदपुर एमनाबाद दे विच, उन्होंने कतलेआम शुरू कर दिता। ਜਿਹੜੇ ਉੱਥੋਂ ਦੇ ਹਾਕਮਾਂ ਦੇ ਰਾਜਕੁਮਾਰ ਸਨ ਉਹਨਾਂ ਨੂੰ ਟੋਟੇ ਟੋਟੇ ਕਰਕੇ ਮਿੱਟੀ ਦੇ ਵਿੱਚ ਮਿਲਾ ਦਿੱਤਾ। ਟੋਟੇ ਟੋਟੇ ਕਰਕੇ ਮਿੱਟੀ ਦੇ ਵਿੱਚ ਮਿਲਾ ਦਿੱਤਾ। ਕਹਿੰਦੇ ਹਨ ਕਿ ਹੋਰ ਵੀ ਬਹੁਤ ਕਤਲੇਆਮ ਹੋਈ। 4 ਚੁਫੇਰੇ ਲਾਸ਼ਾਂ ਦੇ ਢੇਰ ਲੱਗੇ ਸਨ ਔਰ ਖੂਨ ਦੀਆਂ ਨਦੀਆਂ ਵਹਿੰਦੀਆਂ ਸਨ। ਪਰ ਗੁਰੂ ਮਹਾਰਾਜ ਜੀ ਕਹਿੰਦੇ ਹਨ कि कोई मुगल ना हुआ, अंधा किने ना परचा लाया। कहते हैं वो जो कहते सन असीं उन्हां नूं अन्निया कर देवांगे, उन्हां दी करामात किसी ते चली ना। कोई मुगल पठाना जो मुगलों की फौज दे विचों कोई भी अन्ना ना होया, सारे सही सलामत सन। और महाराज कहते भी गल ये सी कि जे वो पठान सन, हाकम सन सैदपुर दे, इन्हां ने अत्याचार बहुत मचाया होया सी। तो हंकार जो है परमात्मा नूं हंकार नहीं चंगा लगता। कहते हर जी वो हंकार ना भावी, वेद कूक सुनावै। पर कहते हैं कि हंकार ही परमात्मा नूं, हंकार ही एक ऐसी वजह है जिहड़ी एक उहदे विच जो मन नूं टिकण नहीं दिंदी, शरीर दे विच मन दा टिकाओ भाव सहज अवस्था नहीं बन दिंदा हंकार। तो हंकार नूं दूर करने वास्ते ये खेड खेडी गई सी कि इन्हां नूं इस तरह पता लग जाए। गुरु साहब कहते हैं कोई मुगल ना हुआ, अंधा किने ना परचा लाया। कोई भी मुगलों का सिपाही अन्ना ना होया तो उन्हां दी करामात किसे ते ना चली। कोई मुगल ना हुआ, अंधा किने ना परचा लाया। मुगल पठाना भई लड़ाई, रण में तेग वगाई। कहते हैं कि मुगलों की तो पठाना की लड़ाई शुरू हो गई तो आमो सामणियां तेगां चलन लग पईयां। एक दूजे के तेगां दे प्रहार करते हैं। मुगल पठाना भई लड़ाई, रण में तेग वगाई। उन्होंने एक दूजे ते तेगां जो अपनियां वाहो दाही वाहनियां शुरू कर दित्तियां। कहते उन्नी तुपक तान चलाई, उन्नी हस्त चढ़ाई। पर बाबर की फौज जो बहुत बहादुर योद्धे सन, फौज दे विच बड़ी उन्होंने चंगी ट्रेनिंग दी गई सी। कहते हैं कि उन्होंने उन्नी तुपक तान चलाई। तुपक कहते हैं बंदूक नूं। बाबर के सिपाहियों ने बंदूकां तान तान के इन्हां दे उत्ते गोलियां चलाउणियां शुरू कर दित्तियां। कहते हैं कि ये उन्हां तो डर गई सी फौज। इन कहते उन्नी तुपक तान चलाई, उन्नी हस्त चढ़ाई। इन्हां दे हथ दे विच ही चिड़ चिड़ कर गईयां। आव इन्हां को बंदूकां चलियां, इन्हां दे हथ कंब गए। और गुरु महाराज कहते किसे दे की वस है, किसी दे कुछ वस की गल नहीं। कहते जिनकी चीरी दरगह पाटी, तिन्ना मरना भाई। जिन्हां दी चिट्ठी दरगाह तो ही पाट जावे,
ਪਿਛਲੇ ਸਮੇਂ ਦੇ ਵਿੱਚ ਚਿੱਠੀਆਂ ਦੇ ਨਾਲ ਜੋ ਚਿੱਠੀਆਂ ਇੱਕ ਦੂਜੇ ਨੂੰ ਪਾ ਕੇ ਹਾਲ ਚਾਲ ਪੁੱਛਦੇ ਸਨ, ਉਹ ਡਾਕ ਰਾਹੀਂ ਚਿੱਠੀ ਦੂਸਰੇ ਤਾਈਂ ਪਹੁੰਚਾ ਦਿੱਤੀ ਜਾਂਦੀ ਸੀ। ਅਤੇ ਜੇ ਕੋਈ ਮਰਗ ਹੋ ਜੇ, ਕੋਈ ਮਰ ਗਿਆ ਹੈ, ਸੰਸਾਰ ਤੋਂ ਚਲਿਆ ਗਿਆ ਹੈ, ਤਾਂ ਕਹਿੰਦੇ ਉਸ ਚਿੱਠੀ ਨੂੰ ਥੋੜ੍ਹਾ ਜਿਹਾ ਪਾੜ ਦਿਆ ਕਰਦੇ ਸਨ ਕਿ ਇਹ ਜਲਦੀ ਨਾਲ ਡਾਕੀਆ ਉਹਨਾਂ ਦੇ ਘਰ ਪਹੁੰਚਾ ਦੇਵੇ। ਇਹ ਕਿਸੇ ਮਤਲਬ ਮਰੇ ਹੋਏ ਵਿਅਕਤੀ ਦੀ ਚਿੱਠੀ ਹੈ। ਕਹਿੰਦਾ ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ, ਜਿਨ੍ਹਾਂ ਦੀ ਚਿੱਠੀ ਧੁਰਗ ਦਰਗਾਹ ਤੋਂ ਹੀ ਪਾਟ ਜਾਵੇ, ਭਾਵ ਜਿਨ੍ਹਾਂ ਦੀ ਉਮਰ ਖਤਮ ਹੋ ਜਾਵੇ ਉਹਨਾਂ ਨੇ ਤਾਂ ਫਿਰ ਮਰਨਾ ਹੀ ਹੈ, ਉਹ ਤਾਂ ਅਵਸ਼ ਮਰ ਜਾਣਗੇ। ਇਹੋ ਹੀ ਹਾਲ ਸੈਦਪੁਰ ਦੇ ਵਿੱਚ ਹੋਇਆ ਹੈ ਕਿ ਉਹਨਾਂ ਨੇ ਬੰਦੂਕਾਂ ਦੇ ਨਿਸ਼ਾਨੇ ਲਾ ਲਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੱਗੇ ਪਠਾਣਾਂ ਕੋਲ ਗੋਲੀ ਚੱਲੀ ਨਾ, ਉਹਨਾਂ ਦੇ ਹੱਥ ਕੰਬ ਗਏ। ਪਰ ਕਹਿੰਦੇ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਾਟਿਆਣੀ ਠਕਰਾਣੀ, ਕਹਿੰਦੇ ਹਨ ਕਿ ਕਈ ਹਿੰਦੁਸਤਾਨ ਦੀਆਂ ਰਹਿਣ ਵਾਲੀਆਂ ਹਿੰਦੂ ਔਰਤਾਂ ਔਰ ਕਈ ਤੁਰਕਾਂ ਦੀਆਂ ਔਰਤਾਂ, ਤੁਰਕਾਂ ਦੀਆਂ ਇਸਤਰੀਆਂ, ਮੁਸਲਮਾਨਾਂ ਦੀਆਂ ਇਸਤਰੀਆਂ, ਪਾਟਿਆਣੀ ਠਕਰਾਣੀ ਭੱਟਾਂ ਦੀਆਂ ਇਸਤਰੀਆਂ ਅਤੇ ਠਾਕੁਰਾਂ ਦੀਆਂ ਇਸਤਰੀਆਂ। ਇਹ ਕਹਿੰਦੇ ਭੱਟ ਅਤੇ ਜੋ ਠਾਕੁਰ ਹਨ ਇਹ ਰਾਜਪੂਤ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਹਨ। ਇੱਕ ਹਿੰਦਵਾਣੀ ਅਵਰ ਤੁਰਕਾਣੀ ਪਾਟਿਆਣੀ ਠੁਕਰਾਣੀ, ਇੱਕ ਨਾ ਪੇਰਨ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ। ਕਹਿੰਦੇ ਹਨ ਕਿ ਜਿਹੜੀਆਂ ਹਿੰਦੁਸਤਾਨ ਦੀਆਂ ਰਹਿਣ ਵਾਲੀਆਂ ਹਿੰਦੂ ਇਸਤਰੀਆਂ ਔਰ ਪਠਾਣਾਂ ਦੀਆਂ ਇਸਤਰੀਆਂ, ਤੁਰਕਾਣੀਆਂ, ਭੱਟਾਂ ਦੀਆਂ ਅਤੇ ਠਾਕੁਰਾਂ ਦੀਆਂ ਇਸਤਰੀਆਂ, ਇਹ ਵੀ ਇਸ ਲੜਾਈ ਦੇ ਵਿੱਚ ਆ ਗਈਆਂ। ਭਾਵ ਇਹਨਾਂ ਦਾ ਵੀ ਬਹੁਤ ਕਤਲੇਆਮ ਹੋਇਆ ਹੈ। ਇਹਨੇ ਇੱਕ ਨਾ ਪੇਰਨ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ, ਕਈਆਂ ਦੇ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਜੋ ਬੁਰਕੇ ਪਾਏ ਹੋਏ ਸਨ ਉਹ ਲੀਰੋ ਲੀਰ ਹੋ ਗਏ। ਜਿਹੜੇ ਉਹਨਾਂ ਨੇ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਜੋ ਬੁਰਕਾ ਪਾਇਆ ਹੋਇਆ ਸੀ, ਉਹ ਬੁਰਕੇ ਉਹਨਾਂ ਨੇ ਲੀਰੋ ਲੀਰ ਕਰ ਦਿੱਤੇ ਖਿੱਚ ਖਿੱਚ ਕੇ। ਇੱਕ ਨਾ ਪੇਰਨ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ, ਅਤੇ ਕਈ ਸ਼ਮਸ਼ਾਨ ਘਾਟ ਦੇ ਵਿੱਚ ਵਾਸ ਕਰ ਗਈਆਂ, ਭਾਵ ਕਿ ਇਸ ਦੁਨੀਆ ਤੋਂ ਚਲੇ ਗਈਆਂ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਬਾਬਰ ਦੀ ਫੌਜ ਨੇ ਕਿਸੇ ਵੀ ਨੂੰ ਨਹੀਂ ਦੇਖਿਆ ਕਿ ਇਹ ਔਰਤ ਹੈ ਜਾਂ ਬੱਚਾ ਹੈ ਜਾਂ ਜਵਾਨ ਹੈ ਜਾਂ ਬੁੱਢਾ ਹੈ, ਬਸ ਜਿਹੜਾ ਅੱਗੇ ਆਇਆ ਉਹਨੂੰ ਕਤਲ ਹੀ ਕਰ ਦਿੰਦੇ ਸਨ। ਕਹਿੰਦੇ ਹਨ ਇਹਨਾਂ ਦੇ ਬੁਰਖੇ ਪਾਟ ਗਏ ਅਤੇ ਬਹੁਤ ਬੁਰੀ ਹਾਲਤ ਸੀ। ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ। ਜਿਨ੍ਹਾਂ ਦੇ ਸਿਰ 'ਤੇ ਵਾਲਾਂ ਦੀਆਂ ਸੋਹਣੀਆਂ ਪੱਟੀਆਂ ਸ਼ੋਭਦੀਆਂ ਸਨ, ਪਰ ਇਹ ਕਹਿੰਦੇ ਅਤੇ ਉਹਨਾਂ ਨੇ ਆਪਣੀਆਂ ਮੰਗਾਂ ਦੇ ਵਿੱਚ ਜੋ ਚੀਰ ਹੈ ਸਿਰ ਦਾ ਇਹਦੇ ਵਿੱਚ ਜੋ ਕੱਢ ਲੈਂਦੀਆਂ ਔਰਤਾਂ, ਉਹਦੇ ਵਿੱਚ ਉਹਨਾਂ ਸੰਧੂਰ ਪਾਏ ਹੋਏ ਸਨ, ਉਹ ਸੁਹਾਗਣਾ ਸਨ। ਪਰ ਕਹਿੰਦੇ ਬਾਬਰ ਦੀ ਫੌਜ ਨੇ ਕੀ ਕੀਤਾ ਕਿ ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ, ਉਹਨਾਂ ਦੇ ਸਿਰ ਕੈਂਚੀ ਦੇ ਨਾਲ ਉਹਨਾਂ ਦੇ ਵਾਲ ਕੱਟ ਦਿੱਤੇ, ਕੈਂਚੀ ਦੇ ਨਾਲ ਉਹਨਾਂ ਦੇ ਵਾਲ ਕੱਟ ਦਿੱਤੇ। ਅਤੇ ਕਹਿੰਦੇ ਉਹਨਾਂ ਨੂੰ ਘੱਟੇ ਦੇ ਵਿੱਚ ਧੂਈ ਫਿਰਦੇ ਹਨ ਔਰ ਮਿੱਟੀ ਦੇ ਵਿੱਚ ਉਹ ਲੇਥੂ ਪੇਥੂ ਹੋਈਆਂ ਪਈਆਂ ਹਨ। ਪਰ ਕਹਿੰਦੇ ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ। ਮਹਿਲਾਂ ਅੰਦਰ ਹੁੰਦੀਆਂ ਹੁਣ ਰਹਿਣ ਨਾ ਬਹਿਣ ਨਾ ਮਿਲਣ ਹਦੂਰ। ਕਹਿੰਦੇ ਬੜੇ ਬੜੇ ਮਹੱਲਾਂ ਦੇ ਵਿੱਚ ਰਹਿੰਦੀਆਂ ਸਨ ਉਹ ਹਾਕਮਾਂ ਦੀਆਂ ਜੋ ਔਰਤਾਂ ਸਨ। ਕਹਿੰਦੇ ਹੁਣ ਉਹਨਾਂ ਨੂੰ ਮਹਿਲਾਂ ਦੇ ਲਾਗੇ ਵੀ ਲੱਗਣ ਨਹੀਂ ਦਿੱਤਾ ਜਾਂਦਾ, ਭਾਵ ਕਿ ਬਾਬਰ ਦੀ ਫੌਜ ਉਹਨਾਂ ਨੂੰ ਸਾਰੇ ਮੈਦਾਨਾਂ ਦੇ ਵਿੱਚ ਵਾਲਾਂ ਤੋਂ ਫੜ ਕੇ ਧੂਈ ਫਿਰਦੀ। ਪਰ ਕਹਿੰਦੇ ਉਹਨਾਂ ਨੇ ਪਹਿਲਾਂ ਕਦੀ ਪਰਮਾਤਮਾ ਦੀ ਖੁਦਾ ਦੀ ਇਬਾਦਤ ਨਹੀਂ ਸੀ ਕੀਤੀ। ਕਹਿੰਦੇ ਹੁਣ ਡਰਦੀਆਂ ਮਾਰੀਆਂ ਕਰਦੀਆਂ, ਪਰ ਹੁਣ ਕਹਿੰਦੇ ਮਾਰੇ ਕਹਿੰਦੇ ਪਹਿਲੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸੁਝਾਏ। ਜੇ ਪਹਿਲਾਂ ਹੀ ਉਹ ਪਰਮਾਤਮਾ ਦਾ ਨਾਮ ਜਪਦੀਆਂ ਹੁੰਦੀਆਂ ਫਿਰ ਉਹਨਾਂ ਨੂੰ ਸਜ਼ਾ ਕਿਉਂ ਮਿਲਦੀ।
ਵੇਖੋ ਇਹ ਫੌਜ ਦੀ ਨੌਕਰੀ ਜੋ ਹੈ, ਜੋ ਇੱਕ 18-20 ਸਾਲ ਕਰਦਾ ਹੈ, ਪੈਨਸ਼ਨ ਉਹਨੂੰ ਮਿਲਦੀ। तो जे परमात्मा का नाम आप जवानी वारे तो ही जपते रहिए तो फिर बुढ़ापे दे विच भी याद आता है, मरन वेले भी याद आता है। मारे कहते जित लागो मन वासना अंत साई प्रगटानी, जिहड़ी वासना दे विच मन लगा है अखीर नूं वो प्रगट हो जाती है। तो अखीर नूं जे परमात्मा का नाम चेते आवे तो बदत तलोचन ते नर मुक्ता, पीतंबर वाकै हृदय बसे, वो मुक्त हो जाता है, वो जन्म मरण के गेड़ तो मुक्त हो जाता है, जिन्होंने अखीर वेले परमात्मा का नाम चेते आता है। कहते जिनके बंके घरी ना आया तिन क्यों रैन बिहानी। कहते हैं कुछ तो मार कुछ औरतों तो मार दिता गया, कईयां दे कपड़े पाड़ दिते, और कहते हैं कि जिहड़ियां बचियां सन, जिहड़ियां औरतां बचियां सन, उन्हां दे जो पति सन, उन्हां दे शौहर सन, वो भी बाबर दी फौज ने मार दिते सन। कहते वो रात नूं अज घर नहीं आए, उन्हां दी ये दुख भरी रात उन्हां इस्त्रियां दी किस तरह बतीत होई होवेगी। आपे करे कराए करता किसनों आग सुनाई है, दुख सुख तेरे भाने होवे किसते जाए रवाई है। मारे कहते कि जो भी करता परमात्मा वो अपनी रजा अनुसार ठीक कर रहा है। कहते हैं जो परमात्मा ही करे तो होर दुख किनू सुनाना है, दुख सुनने वाला तो परमात्मा ही है। दुख सुख तेरे भाने होवे, दुख भी तेरी रजा दे विच है, सुख भी तेरी रजा दे विच है। किस तरह जाए रवाइए, यदि शिकायत किनू करिए, भाव किनू ये आखना करिए कि असीं बहुत दुखी हाँ, सब कुछ हो ही करा रहा है। ज़्यादा हंकार हो गया सी पठाणा नूं ते उन्हां दे उत्ते फौज चाड़ दी, उन्हां दा हंकार दूर किया। ते अगे होर लुकाई नूं भी पता लग गया कि परमात्मा की इबादत करनी है, उसका नाम जपना है। हंकार जो है एक सब तो वड्डा परमात्मा दे विच तन पिरका एक ही संगवासा विच हौमे भीत करारी। कहते हैं जीव आत्मा ते परमात्मा का एक ही थां वसदा वासा है, पर विच एक जो हंकार का पड़दा बनया होया, हंकार की कंध बनी हुई, वो दूर होवेगी तो परमात्मा तो अपने अंदर ही है। टुक दम करारी जो करो हाजिर हजूर खुदाए। कहते हैं परमात्मा तो अपने अंदर ही है, किते लैन नहीं जाना। भगत फरीद जी कहते आज मलावा शेख फरीद टाकिम कूंजड़ियाँ मनो मचिंदड़ियाँ, अज ही तेनों परमात्मा का मिलाप हो सकता है जे तू अपने मन को उत्तेजित करने वालियां वासनावां नूं रोक लवें। फिर परमात्मा कोई दूर नहीं, जंगलों के विच नहीं, वो तो अपने हिरदे दे विच ही है और छुपिया होया बैठा है। जिस तरह दुध दे विचों घ्यो प्राप्त करने वास्ते कोई जुगती की लोड़ है, अग बालण वास्ते भी कोई जुगती की लोड़ हुंदी है, सारी बनस्पति तो अग दे नाल ही भरी है। इस करके जुगती वरतो, परमात्मा का नाम जपो, हंकार दूर हो जाएगा। ये काम करो लो हंकार का छाया जो है ये दूर हो जाएगा, तो मन एकाग्र चित हो जाएगा, मन अटल एकाग्र चित हो जाएगा। जदों महाराज गुरु की कृपा होवे तो फिर इहो जी खेड़ बन जाती है। मन बस आवे नानका जे पूर्ण कृपा होए। तो अखीरली तुक वे सतगुरु जी फरमा रहे हैं, हुक्मी हुक्म चलाए विगसै नानक लिखिया पाई है। परमात्मा जो है वो अपना हुक्म सारी दुनिया के उत्ते जिन्हें वो एक ओंकार है, परमात्मा एक है, उहदे हुक्म दे थले सारी सृष्टि चलती है, हुक्म अनुसार ही चलती है। कहने हुक्मी हुक्म चलाए विगसै, वो अपनी रजा दे विच ही दुनिया नूं चलाउंदा है। कहने नानक लिखिया पाई है और वो रजा दे विच चला के आप वो ये जिहड़े ये कौतक नज़ारे हैं जो सृष्टि दे वो आप ही वेखदा रहिंदा है। महाराज कहते हैं कि जो कर्मां दे विच लिखिया है वो तो मिलना ही है, वो पाउणा ही पैना है। तो फिर किसी दे ते कोई शंका करने की लोड़ नहीं। जो कर्म कीते हैं वो कतक कर्म कमावणे, दोष ना काहूँ जोग, परमेश्वर ते भुलिया व्यापन सभे रोग।
पर कहते जो कर्म किए वो भुगने पैंदे हैं। सिर्फ एक ही है कि जे परमात्मा का नाम जपते रहिए तो कर्मां का नाश हो जाता है। तब गुण कहा जगत गुरा जो कर्म ना नास है, सिंह शरण कत जाइए जो जंबुक ग्रासे। भगत सन्ना जी कहते हैं कि हे जगत के गुरु, तू जगत का गुरु कहदा हाँ जे मेरे कर्मां का नाश नहीं कर सकता। और एक एग्जाम्पल के तौर पर कहते हैं कि सिंह शरण कत जाइए जो जंबक ग्रासे, कि शेर की शरण की करनू लैनी है। शेर की शरण दे विच क्यों जाना है जे शेर के लागे बैठिया गिदड़ां का डर होवे। पर कहते नहीं, परमात्मा जो पिछले जन्मां जन्मांतरां दे जो कीते हुए महान पाप हैं उन्होंने दूर कर दिंदा है। सो अज का शब्द इतना सी। कल सोढ़ी सुल्तान साहब श्री गुरु रामदास महाराज का जो जन्म दिन है, जन्म ये गुरपुरब गुरु नानक नाम लेवा सिख संगतां देशां विदेशां में बड़े ही धूमधाम के नाल मनाउंदियां हन। गुरु रामदास महाराज जी, पिता हरदास, माता दया कौर जी, उन्हां दे घर लाहौर चूना मंडी विखे इन्हां दा पावन प्रकाश होया सी। 7 साल की उम्र दे विच माँ और पिता का छाया उठ गया सिर तो फिर अपनी नानी दे नाल पिंड बासर के अपने नानके घर आ गए सन। कहते हैं कि अपनी उपजीविका वास्ते छोलियां दियां घुंगणियां वेच के और फिर नानी ने लिया के कमाई देनी तो उन्हें फिर रोटी पानी का जो है वो उपराला करना। जो अपनी किरत करके अपना रोजी रोटी चलाते सन। जो 15 साल की उम्र के होए तो फिर गुरु अमरदास महाराज जी गोइंदवाल साहिब विखे जो उन्होंने गोइंदवाल शहर वसाया है, फिर उन्होंने कोल चले गए सन और अपनी उपजीविका वास्ते कुछ चिर अपना काम करते और उस तो बाद वो सेवा दे विच लगे रहिंदे सन। उन्हां दी अतुट सेवा वेखी तो गुरु महाराज जी ने अपनी लड़की बीबी भानी का विआह उन्होंने नाल कर दिता। फिर गुरु अमरदास महाराज जी के कहण ते ही उन्होंने अमृतसर साहब जो पिंड सुल्तानविंड की जमीन सी वो खरीदी तो उत्थे अमृत सरोवर की जो है वो स्थापना की। क्योंकि बहुत ही पहला सतयुग दे विच परमात्मा वालों जो आकाशवाणी हुई सी, जो एक राजा सी उन्हें इत्थे असमे जग किया सी जो 1 सालां बद्धी जग चलदा रहा। कहते हैं कि जिन्ने थां दे विच हरमंदर साहब है उन्नी जगह ते उन्हें अपना हवन कुंड बनाया सी जिस दे विच बहुत सारा घ्यो चंदन दीयां लकड़ियां जो बाल के और परमात्मा वालों बख्शे मंत्रां दा जाप किया गया सी। वेद मंत्र पढ़े गए सन। 33 करोड़ देवते ने शिरकत की सी उस जग दे विच। तो राजे नूं कहा कि की चाहुंदा है। राजे ने कहा हे परमात्मा जिस तरह तेरा घर बैकुंठ धाम है वो जिहा बैकुंठ धाम एक धरती ते मृत्यु लोक दे विच भी चाहिदा है। तां आकाशवाणी हुई कि अजे नहीं कलयुग दे विच गुरु नानक देव महाराज जी अवतार होणगे कलयुग दे ते उन्हां दे चौथे स्वरूप गुरु रामदास महाराज जी वो जो इत्थे इस जगह नूं प्रगट करनगे। भाई गुरदास जी कहना दिचै पूर्व देवना जिस दी वस्त सह कर आवे बैठा सोढ़ी पातशाह रामदास सतगुरु कहावै। पूरन ताल खटाया अमृत सर विच जोत जगावे। उन्होंने ये सरोवर की स्थापना की तो फिर गुरु अर्जन साहब ने हरमंदर साहब की नींह रख के मुकम्मल किया सी। और दर्शनी डेड़ी जो हरमंदर साहब तो ठीक 84 कदमां ते रखी गई तो एक वचन किया सी बाबे बुढ़े नूं कि बाबा बुढ़ा जी ये दर्शनी डेड़ी तो दरबार साहब की लंबाई 84 कदम है। इसे करके रखी गई है कि जिहड़ा सतनाम वाहिगुरु का जाप जपदा होया दर्शनी डेड़ी तो दरबार साहब तक आवेगा उहदी 84 कट्टी जावे। उहदी 84 कट्टी जाएगी वो जूना तो मुक्त हो जाएगा तो फिर वो सचखंड दे विच दाखल हो जाए।
ਸੱਚਖੰਡ ਵਸੇ ਨਿਰੰਕਾਰ। ਕਰ ਕਰ ਵੇਖੈ ਨਦਰ ਨਿਹਾਲ। ਪਰ ਕਹਿੰਦੇ ਕਿ ਸੱਚਖੰਡ ਉਹ ਹੈ ਜਿੱਥੇ ਪਰਮਾਤਮਾ ਦਾ ਵਾਸਾ ਹੈ। ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਇਹ ਸਰੋਵਰ ਦੀ ਜੋ ਸਥਾਪਨਾ ਕੀਤੀ, ਔਰ ਉਹਨਾਂ ਦਾ ਜੀਵਨ ਬੜਾ ਹੀ ਪਹਿਲੇ ਯਤੀਮਾਂ ਵਾਲਾ ਸੀ। ਨਾਨੀ ਲਾਹੌਰ ਤੋਂ ਆਪਣੇ ਘਰ ਬਾਸਰ ਕੇ ਲੈ ਆਈ ਸੀ। ਵੇਖੋ ਮਹਾਰਾਜ ਦੀ ਕਿਰਪਾ, ਇਹ ਉਹਨਾਂ ਦੇ ਦਰਬਾਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ। ਇਹ ਨਾਨੀ ਨੇ ਵੀ ਉਹਨਾਂ ਨੂੰ ਵਰ ਦਿੱਤਾ ਸੀ। ਉਹ ਕੱਲ੍ਹ ਉਹਨਾਂ ਦਾ ਪਾਵਨ ਪ੍ਰਕਾਸ਼ ਉਤਸਵ ਹੈ। ਉਹਨਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।